ਆਸਾ ਸਿੰਘ ਦੀ ਸਾਰੀ ਉਮਰ ਜੱਟਾਂ ਦੇ ਜਾਂਗੀਏ ਅਤੇ ਕਫਨ ਸਿਉਣ ਵਿੱਚ ਲੰਘੀ ਸੀ। ਪਿੰਡ ਵਿੱਚ ਦਰਜੀਆਂ ਦਾ ਇਹ ਇੱਕੋ ਘਰ ਸੀ। 47 ਤੋਂ ਪਹਿਲਾਂ ਇੱਕ ਮੁਸਲਮਾਨ ਸ਼ਿੰਬਾ ਹੁੰਦਾ, ਪਰ ਫਿਰ ਆਸਾ ਸੂ ਇਕੱਲਾ ਰਹਿ ਗਿਆ। ਉਹ ਇਕੱਲਾ ਹੀ ਬਹੁਤ ਕੰਮ ਕਰਦਾ। ਸਵੇਰੇ ਸਦੇਹਾਂ ਉੱਠਦਾ ਅਤੇ ਮਸ਼ੀਨ ਲੈ ਕੇ ਬੈਠ ਜਾਂਦਾ। ਦਿਨ ਵੇਲੇ ਸੌਂਦਾ ਨਹੀਂ ਸੀ, ਰਾਤ ਨੂੰ ਵੀ ਕੱਪੜੇ ਸਿਉਂਦਾ। ਉਹਦੀ ਨਿਗਾਹ ਤਿੱਖੀ ਸੀ। ਸੁਰਮਾ ਪਾ ਕੇ ਰੱਖਦਾ ਹੁੰਦਾ ਆਸਾ ਸੂ। ਵੱਡੀ ਲਾਲਟੈਨ ਦੇ ਚਾਨਣ ਵਿੱਚ ਉਹਨੂੰ ਵਧੀਆ ਦਿਸਦਾ ਸੀ। ਮਸ਼ੀਨ ਦੀ ਸੂਈ ਵਿੱਚ ਧਾਗਾ ਆਸਾਨੀ ਨਾਲ ਪਾ ਲੈਂਦਾ। ਪਿੰਡ ਵਿੱਚ ਜੱਟਾਂ ਦੇ ਇੰਨੇ ਘਰ ਸਨ, ਉਹ ਸੇਪੀ ਦਾ ਕੰਮ ਕਰਦਾ। ਜੱਟ ਹਾੜੀ ਸੌਣੀ ਉਹਨੂੰ ਦਾਣੇ ਦਿੰਦੇ। ਹਾੜੀ ਵੇਲੇ ਕਣਕ ਛੋਲੇ ਅਤੇ ਸੌਣੀ ਵੇਲੇ ਮੱਕੀ ਬਾਜਰਾ ਤੇ ਮੋਠ ਮੂੰਗੀ ਵੀ। ਜਿਨ੍ਹਾਂ ਦੇ ਇੱਕ ਬੀਜਿਆ ਹੁੰਦਾ, ਗੁੜ ਦੀਆਂ ਭੇਲੀਆਂ ਦਿੰਦੇ। ਕਣਕ ਵੇਲੇ ਤੂੜੀ ਦੀਆਂ ਪੰਡਾਂ ਵੀ ਆ ਜਾਂਦੀਆਂ। ਲੋਕ ਆਸਾ ਸੂ ਦਾ ਇੰਨਾ ਆਦਰ ਮਾਣ ਕਰਦੇ ਕਿ ਅਗਲੇ ਦਾ ਸੀਰੀ ਤੂੜੀ ਦੀ ਪੰਡ ਉਹਦੇ ਘਰ ਸੁੱਟ ਕੇ ਜਾਂਦਾ। ਆਸਾ ਸੂ ਮੈਸ ਰੱਖਦਾ ਸੀ। ਕੱਖ ਪੱਠਾ ਜੱਟਾਂ ਦੇ ਖੇਤੋਂ ਆਉਂਦਾ। ਅਗਲਾ ਉਹਨੂੰ ਅੱਧਾ ਕਿਆਰਾ ਚਰੀ, ਮੱਕੀ ਜਾਂ ਚਾਰਾ ਦੇ ਦਿੰਦਾ ਸੀ। ਸਭ ਰੰਗ ਭਾਗ ਲੱਗੇ ਹੋਏ ਸਨ। ਸੇਪੀ ਦੇ ਕੰਮ ਵਿੱਚ ਉਹ ਜੱਟਾਂ ਦੇ ਘਰਾਂ ਦੇ ਕੱਪੜੇ ਸਿਉਂ ਕੇ ਦਿੰਦਾ। ਸਾਰਾ ਸਾਲ ਸਿਉਂਦਾ ਰਹਿੰਦਾ। ਉਹਨਾਂ ਦਿਨਾਂ ਵਿੱਚ ਖੱਦਰ ਹੁੰਦਾ ਸੀ। ਬੰਦੇ ਖੱਦਰ ਦਾ ਕੁੜਤਾ ਜਾਂਗੀਆ ਪਹਿਨਦੇ, ਸਿਰ ਨੂੰ ਮਲਮਲ ਦਾ ਸਾਫਾ ਬੰਨ੍ਹਦੇ ਅਤੇ ਤੇੜ ਮੁੱਲ ਦੀ ਚਾਦਰ। ਬੰਦੇ ਕੋਲ 2 ਕੁੜਤੇ ਹੁੰਦੇ ਅਤੇ ਇੱਕ ਜਾਂਗੀਆ। ਇਸੇ ਨਾਲ ਸਾਰਾ ਸਾਲ ਲੰਘ ਜਾਂਦਾ। ਤੀਵੀਆਂ ਖੱਦਰ ਦੀਆਂ ਕੁੜਤੀਆਂ ਸੁੱਥਣਾ ਪਾਉਂਦੀਆਂ। ਸਲਾਰੀ ਹੁੰਦੀ, ਗਰਮੀ ਵਿੱਚ ਮੁੱਲ ਦੀ ਚੁੰਨੀ। ਜੱਟਾਂ ਤੋਂ ਆਸਾ ਸੂ ਕੱਪੜੇ ਸਿਉਣ ਦੇ ਪੈਸੇ ਨਹੀਂ ਲੈਂਦਾ ਸੀ। ਉਹਨਾਂ ਨਾਲ ਤਾਂ ਹਾੜੀ ਸੌਣੀ ਦੀ ਸੇਪੀ ਸੀ। ਦੂਜੀਆਂ ਜਾਤਾਂ ਤੋਂ ਪੈਸੇ ਲੈਂਦਾ। ਇਹ ਉਹਨੂੰ ਨਕਦ ਕਮਾਈ ਸੀ। ਕੁੜਤੇ ਦੀ ਅਠਿਆਨੀ ਲੈਂਦਾ। ਕੁੜਤੀ ਸੁੱਥਣ ਦੀ ਵੀ ਅਠਿਆਨੀ। ਜਾਂਗੀਏ ਮੁਫਤ ਵਿੱਚ ਸਿਉਂ ਦਿੰਦਾ। ਆਸਾ ਸੂ ਦੇ 4 ਮੁੰਡੇ ਹੋਏ ਅਤੇ 3 ਕੁੜੀਆਂ। ਮੁੰਡੇ ਜਦੋਂ ਨਿਆਣੇ ਸਨ ਅਤੇ ਪਿੰਡ ਦਾ ਕੰਮ ਵਧਿਆ ਹੋਇਆ ਸੀ ਤਾਂ ਉਹਨੇ ਢੈਲਵਾਂ ਤੋਂ ਆਪਣਾ ਛੋਟਾ ਸਾਲਾ ਇੱਥੇ ਬੁਲਾ ਲਿਆ। ਉਹਨੂੰ ਨਾਜਰ ਦਾ ਸਹਾਰਾ ਹੋ ਗਿਆ। ਉਹ ਇੱਥੇ ਆ ਕੇ ਕੰਮ ਸਿੱਖਿਆ ਸੀ। ਆਸਾ ਸੂ ਨੇ ਹੁਣ ਦੂਜੀਆਂ ਜਾਤਾਂ ਲਈ ਕੁੜਤੇ ਦਾ ਰੁਪਈਆ ਕਰ ਦਿੱਤਾ ਸੀ। ਕੁੜਤੀ ਅਤੇ ਸੁੱਥਣ ਦਾ ਵੀ ਰੁਪਈਆ ਲੈਂਦਾ। ਆਸਾ ਸੂ ਦੇ 4 ਮੁੰਡੇ ਜਦੋਂ ਉੱਠ ਖੜੇ ਤਾਂ ਇੰਨੇ ਨੂੰ ਪਿੰਡਾਂ ਵਿੱਚ ਟੈਰੀ ਕਾਟ ਦਾ ਕੱਪੜਾ ਆ ਗਿਆ। ਇਹਨਾਂ ਦਿਨਾਂ ਵਿੱਚ ਸੇਪੀ ਦਾ ਕੰਮ ਵੀ ਖਾਸਾ ਘਟ ਗਿਆ ਸੀ। ਜੱਟਾਂ ਦੇ ਜਵਾਨ ਮੁੰਡੇ ਅਤੇ ਬਹੂਆਂ ਆਲਾ ਸਿੰਘ ਵਾਲੇ ਜਾਣ ਲੱਗੇ ਸਨ। ਖੱਦਰ ਨੂੰ ਛੱਡ ਕੇ ਲੋਕ ਮੁੱਲ ਦੇ ਕੱਪੜੇ ਪਾਉਣ ਲੱਗੇ। ਟੈਰੀ ਕਾਟ ਦੇ ਕਮੀਜ਼ ਦੀ ਸਿਲਾਈ ਆਸਾ ਸੂ ਦੇ ਮੁੰਡਿਆਂ ਨੇ 5 ਰੁਪਏ ਕਰ ਦਿੱਤੀ। ਕੁੜਤੀ ਅਤੇ ਸੁੱਥਣ ਦੇ ਵੀ 5 ਰੁਪਏ। ਸ਼ਹਿਰ ਵਿੱਚ ਸਿਲਾਈ ਦਾ ਰੇਟ ਵੱਧ ਸੀ। ਆਸਾ ਸੂ ਦੇ ਘਰ ਹੁਣ 5 ਮਸ਼ੀਨਾਂ ਸਨ। 4 ਮੁੰਡੇ ਅਤੇ ਉਹਨਾਂ ਦਾ ਮਾਮਾ ਮਸ਼ੀਨ ਚਲਾਉਂਦੇ। ਆਸਾ ਸੂ ਆਪ ਵਿਹਲਾ ਹੋ ਗਿਆ। 3 ਕੁੜੀਆਂ ਕੁੜਤੀਆਂ ਦੇ ਕਾਜ ਕਰਦੀਆਂ ਅਤੇ ਬਟਨ ਲਾਉਂਦੀਆਂ ਸਨ। ਅੰਨੀ ਕਮਾਈ ਸੀ। ਇਹੋ ਜਿਹੀ ਨਕਦ ਪੈਸਿਆਂ ਦੀ ਕਮਾਈ ਦਾ ਵੇਲਾ ਉਦੋਂ ਸੀ ਜਦੋਂ 47 ਤੋਂ ਬਾਅਦ ਪਿੰਡਾਂ ਵਿੱਚ ਪੈਰਾਸੂਟ ਦਾ ਕੱਪੜਾ ਪਹੁੰਚਿਆ ਸੀ। ਇਹ ਹਵਾਈ ਜਹਾਜ਼ਾਂ ਤੋਂ ਥੱਲੇ ਉਤਰਨ ਵਾਲੀਆਂ ਛਤਰੀਆਂ ਦਾ ਕਾਂਡਮ ਕੱਪੜਾ ਸੀ, ਮੋਮੀ ਤੇ ਸਖਤ। ਪਿੰਡਾਂ ਦੇ ਲੋਕਾਂ ਨੇ ਬੜੇ ਕਮੀਜ਼ ਸਿਲਵਾਏ। ਤੀਵੀਆਂ ਨੇ ਕੁੜਤੀਆਂ ਵੀ। ਉਹ ਤਾਂ ਫਟਦਾ ਹੀ ਨਹੀਂ ਸੀ। ਫੇਰ ਧੋ ਕੇ ਪਾਓ ਤਾਂ ਉਹ ਜਿਹੇ ਦਾ ਉਹੋ ਜਿਹਾ ਅਜੀਬ ਕੱਪੜਾ ਸੀ। ਗਰਮੀਆਂ ਵਿੱਚ ਤੇੜ ਸਿਰ ਦੇ ਕੱਪੜੇ ਨਹਾਉਣ ਲੱਗੇ ਧੋ ਕੇ ਸੁੱਕਣੇ ਪਾ ਦਿਓ। ਨਹਾਉਣ ਤੋਂ ਬਾਅਦ ਸੁੱਕੇ ਪਏ ਹੁੰਦੇ। ਚਮਕ ਪੂਰੀ, ਕੱਪੜੇ ਵਿੱਚ ਵੱਟ ਨਹੀਂ ਪੈਂਦਾ ਸੀ। ਆਸਾ ਸੂ ਨੇ ਹੌਲੀ ਕਰਕੇ 4 ਮੁੰਡੇ ਵਿਆਹ ਲਏ ਅਤੇ 3 ਕੁੜੀਆਂ ਵੀ। ਉਹ ਹਰ ਸਾਲ ਇੱਕ ਵਿਆਹ ਕਰਦਾ ਸੀ। ਨਾਜਰ ਵੀ ਉਹਨੇ ਆਪ ਵਿਆਹਿਆ। ਜਦੋਂ ਭਾਣਜੇ ਕੰਮ ਦੀ ਪੂਰੀ ਚੜ੍ਹਾਈ ਉੱਤੇ ਸਨ ਤਾਂ ਨਾਜਰ ਬਹੂ ਲੈ ਕੇ ਢੈਲਵਾਂ ਨੂੰ ਚਲਿਆ ਗਿਆ। ਉਹ ਆਪਣੀ ਮਰਜ਼ੀ ਨਾਲ ਗਿਆ ਸੀ। ਜਨਾਨੇ ਮਰਦਾਨੇ ਕੱਪੜਿਆਂ ਦਾ ਪੂਰਾ ਕਾਰੀਗਰ ਸੀ। ਢੈਲਵੀਂ ਪਿੰਡ ਜਾ ਕੇ ਕੰਮ ਕਰਨ ਲੱਗਿਆ। ਆਸਾ ਸੂ ਹੁਣ ਪੈਣ ਪੱਚਰ ਕੇ ਰਹਿੰਦਾ। ਚਿੱਟਾ ਕਮੀਜ਼ ਪਜਾਮਾ ਅਤੇ ਚਿੱਟੀ ਪਗੜੀ ਬੰਨ੍ਹਦਾ। ਉਹਦਾ ਪਗੜੀ ਬੰਨਣ ਦਾ ਅੰਦਾਜ਼ ਜੱਟਾਂ ਨਾਲੋਂ ਵੱਖਰਾ ਸੀ। ਪੋਚ ਕੇ ਬੰਨੀ ਹੁੰਦੀ, ਹੱਥ ਵਿੱਚ ਖੁੰਡੀ ਰੱਖਦਾ। ਆਥਣ ਸਵੇਰ ਪਿੰਡ ਦਾ ਗੇੜਾ ਲਾਉਂਦਾ। ਚੁੱਪ ਕੀਤਾ ਜਿਹਾ ਅਗਲੇ ਦੇ ਘਰ ਅੰਦਰ ਜਾਂਦਾ ਅਤੇ ਸਿਲਾਈ ਦੇ ਉਧਾਰ ਦੀ ਗੱਲ ਬਾਣੀਆਂ ਵਾਂਗ ਛੇੜਦਾ। ਲੋਕ ਉਹਦੀ ਇੱਜ਼ਤ ਕਰਦੇ, ਉਹਨੂੰ ਬੈਠਣ ਨੂੰ ਪੀੜੀ ਦਿੰਦੇ, ਪਰ ਬਹੁਤਾ ਉਧਾਰ ਹਾੜੀ ਸੌਣੀ ਹੀ ਨਿਬੇੜਦੇ। ਸੱਥ ਵਿੱਚ ਚੌਕੜੀ ਉੱਤੇ ਬੰਦੇ ਬੈਠੇ ਦੇਖ ਕੇ ਆਸਾ ਸੂ ਵੀ ਖੜ ਜਾਂਦਾ ਅਤੇ ਕਿਸੇ ਨਾਲ ਇੱਧਰ ਉੱਧਰ ਦੀ ਕੋਈ ਗੱਲ ਛੇੜਦਾ। ਬੰਦੇ ਉਹਨੂੰ ਚੌਕੜੀ ਉੱਤੇ ਬਿਠਾ ਲੈਂਦੇ ਸਨ। ਕੋਈ ਉਹਨੂੰ ਗਿਆਨੀ ਜੀ ਕਹਿ ਕੇ ਆਦਰ ਨਾਲ ਬੋਲਦਾ। ਮੂੰਹ ਉੱਤੇ ਆਸਾ ਸੂ ਕਰਦੇ। ਪਰ ਜਦੋਂ ਉਹ ਉੱਥੋਂ ਤੁਰ ਜਾਂਦਾ ਤਾਂ ਉਹਦੀ ਪਿੱਠ ਵੱਲ ਝਾਕ ਕੇ ਕੋਈ ਹੱਸਣ ਲੱਗਦਾ। ਯਾਰ, ਆਪਣੇ ਨਾਲੋਂ ਤਾਂ ਛਿੰਬਾ ਹੀ ਚੰਗਾ, ਧੋਤੇ ਕੱਪੜੇ ਪਾਉਂਦਾ। ਪੱਗ ਦੇਖੀ ਸੀ,
ਕਿਵੇਂ ਲੜ ਤੇ ਲੜ ਚਿਣਿਆ ਪਿਆ, ਕੋਈ ਹੋਰ ਹੱਸਦ ਕਰਦਾ। ਖੁੰਡੀ ਖੜਕਾ ਕੇ ਤੁਰਦਾ ਜਿਵੇਂ ਜੱਟਾਂ ਦੇ ਉੱਤੋਂ ਦੀ ਹੋਵੇ। ਛਿੰਬੌੜ ਦੀ ਮੜਕ ਤਾਂ ਦੇਖ, ਤੀਜਾ ਜਿਵੇਂ ਬਹੁਤਾ ਹੀ ਮੱਚਿਆ ਪਿਆ ਹੋਵੇ। ਆਸਾ ਸਿੰਘ ਮਰੇ ਤੋਂ ਪਿੱਛੋਂ ਕੁਝ ਸਾਲ ਤਾਂ ਚਾਰੇ ਭਰਾ ਇਕੱਠੇ ਰਹੇ, ਫਿਰ ਅੱਡ ਹੋ ਗਏ। ਮਕਾਨ ਖੁੱਲ੍ਹਾ ਸੀ, 4 ਵੰਡਾਂ ਪਾ ਲਈਆਂ। ਸੇਪੀ ਦਾ ਕੰਮ ਖਤਮ ਹੋ ਚੁੱਕਿਆ ਸੀ, ਹੁਣ ਉਹ ਸਮੇਂ ਨਹੀਂ ਰਹੇ ਸਨ। ਪਿੰਡ ਦੇ ਲੋਕ ਉਹਨਾਂ ਤੋਂ ਪੈਸੇ ਦੇ ਕੇ ਕੱਪੜੇ ਸਿਲਵਾਉਂਦੇ, ਖੱਦਰ ਕੋਈ ਪਹਿਨਦਾ ਹੀ ਨਹੀਂ ਸੀ। ਤਾਣੀ ਬੁਣਨ ਦਾ ਕੰਮ ਜੱਟਾਂ ਦੀਆਂ ਕੁੜੀਆਂ ਬਹੂਆਂ ਆਪ ਹੀ ਕਰਦੀਆਂ। ਇਹ ਖੱਦਰ ਘਰ ਦੇ ਹੋਰ ਕੰਮਾਂ ਵਿੱਚ ਵਰਤਿਆ ਜਾਂਦਾ। ਕੁੜੀਆਂ ਬਹੂਆਂ ਖੇਸ ਬੁਣਦੀਆਂ, ਚਤਈਆਂ ਬੁਣਦੀਆਂ ਅਤੇ ਚਾਰਖਾਨੇ ਦਾ ਖੱਦਰ ਜੋ ਗਦੈਲੇ ਆਦਿ ਲਈ ਕੰਮ ਆਉਂਦਾ। ਸੜਕਾਂ ਨਿਕਲ ਚੁੱਕੀਆਂ ਸਨ। ਸੜਕਾਂ ਰਾਹੀਂ ਪਿੰਡ ਸ਼ਹਿਰਾਂ ਨਾਲ ਜੁੜ ਚੁੱਕੇ ਸਨ। ਵੱਡੀਆਂ ਸੜਕਾਂ ਤੋਂ ਪਿੰਡਾਂ ਨੂੰ ਲਿੰਕ ਸੜਕਾਂ ਜਾਂਦੀਆਂ। ਇੱਕ ਪਿੰਡ ਦੂਜੇ ਪਿੰਡ ਨਾਲ ਜੁੜ ਗਿਆ। ਇੱਕ ਤਰ੍ਹਾਂ ਨਾਲ ਪਿੰਡ ਨੇੜੇ ਨੇੜੇ ਹੋ ਗਏ ਅਤੇ ਸ਼ਹਿਰ ਸੜਕਾਂ ਦੇ ਪੈਰ ਲਾ ਕੇ ਪਿੰਡਾਂ ਵਿੱਚ ਆ ਵੜਿਆ। 4 ਭਰਾਵਾਂ ਕੋਲ ਹੁਣ ਇੱਕ ਇੱਕ ਮੱਝ ਸੀ। ਕੱਖ ਪੱਠਾ ਉਹ ਜੱਟਾਂ ਤੋਂ ਮੁੱਲ ਲੈਂਦੇ। ਚਰੀ, ਮੱਕੀ ਜਾਂ ਹਰੇ ਚਾਰੇ ਦਾ ਕਿਆਰਾ ਖਰੀਦ ਲੈਂਦੇ। ਜੱਟਾਂ ਦੇ ਦੂਜੀਆਂ ਜਾਤਾਂ ਦੇ ਮੁੰਡੇ ਕੁੜੀਆਂ ਨਵੀਂ ਕਿਸਮ ਦੇ ਕੱਪੜੇ ਪਹਿਨਣ ਲੱਗੇ। ਇਹ ਨਵੀਂ ਕਿਸਮ ਦੇ ਕੱਪੜੇ ਸ਼ਹਿਰਾਂ ਵਿੱਚ ਸਿਉਂਤੇ ਜਾਂਦੇ ਸਨ। ਬੱਸਾਂ ਆਮ ਹੋ ਗਈਆਂ ਸਨ। ਪਿੰਡਾਂ ਦੇ ਲੋਕ ਦੁਪਹਿਰੇ ਜਾ ਕੇ ਆਥਣ ਨੂੰ ਘਰ ਮੁੜ ਆਉਂਦੇ। ਸ਼ਾਮ ਦੀਆਂ ਬੱਸਾਂ ਪਿੰਡਾਂ ਦੀਆਂ ਸਵਾਰੀਆਂ ਨਾਲ ਹੀ ਭਰੀਆਂ ਹੁੰਦੀਆਂ। ਪਿੰਡ ਵਿੱਚ ਕੱਪੜੇ ਸਿਉਣ ਦਾ ਇੰਨਾ ਕੰਮ ਨਹੀਂ ਰਹਿ ਗਿਆ ਸੀ। ਛੋਟਾ ਭਗਵੰਤ ਅਤੇ ਉਸ ਤੋਂ ਵੱਡਾ ਬਖਤੌਰ ਸ਼ਹਿਰ ਜਾਣ ਲੱਗੇ। ਸ਼ਹਿਰ ਜਾਣ ਲੱਗੇ। ਆਲਾ ਸਿੰਘ ਵਾਲਾ ਬਹੁਤੀ ਦੂਰ ਨਹੀਂ ਸੀ, ਬਸ ਸਾਈਕਲ ਦੀ ਮਾਰ ਸੀ। ਉਹ ਨਿੱਤ ਸਵੇਰੇ ਦੁਕਾਨਾਂ ਖੁੱਲ੍ਹਣ ਵੇਲੇ ਨੂੰ ਸ਼ਹਿਰ ਪਹੁੰਚ ਜਾਂਦੇ ਅਤੇ ਆਥਣੇ ਹਨੇਰੇ ਹੋਏ ਪਿੰਡ ਮੁੜਦੇ। ਦੋਵਾਂ ਭਰਾਵਾਂ ਨੇ ਕੱਪੜੇ ਦੀਆਂ ਅੱਡ-ਅੱਡ ਦੁਕਾਨਾਂ ਉੱਤੇ ਫੱਟੇ ਰੱਖੇ ਹੋਏ ਸਨ। ਦੁਕਾਨ ਤੋਂ ਕੱਪੜਾ ਖਰੀਦਣ ਵਾਲੇ ਪੇਂਡੂ ਲੋਕ ਉੱਥੇ ਬੈਠੇ ਦਰਜੀ ਨੂੰ ਹੀ ਕੱਪੜੇ ਸਿਉਣੇ ਦੇ ਦਿੰਦੇ। ਦੁਪਹਿਰੇ ਦਿੱਤਾ ਕਮੀਜ਼ ਪਜਾਮਾ, ਕੁੜਤੀ ਸਲਵਾਰ ਜਾਂ ਨਿੱਕਰਾਂ ਕਛਹਿਰੇ ਉਹ ਆਥਣ ਤੱਕ ਪਿਛਲੀ ਬੱਸ ਜਾਣ ਤੋਂ ਪਹਿਲਾਂ ਸਿਉਂ ਦਿੰਦੇ। ਪਿੰਡ ਦੇ ਦਰਜੀ ਕੋਲ ਨਿੱਤ ਦੇ ਗੇੜੇ ਮਾਰਨ ਨਾਲੋਂ ਇਹ ਵਧੀਆ ਗੱਲ ਸੀ। ਫੱਟੇ ਵਾਲੇ ਦਰਜੀ ਨੂੰ ਪੈਸੇ ਵੀ ਨਕਦ ਮਿਲਦੇ। ਦੁਕਾਨਾਂ ਉੱਤੇ ਬੈਠੇ ਉਹ ਦਰਜੀ ਬਾਣੀਆਂ ਦੇ ਹੋਰ ਨਿੱਕੇ ਮੋਟੇ ਕੰਮ ਵੀ ਕਰਦੇ ਰਹਿੰਦੇ ਸਨ। ਦੁਕਾਨ ਉੱਤੇ ਗਾਹਕ ਦਰਜੀ ਕਰਕੇ ਵੀ ਆਉਂਦਾ। ਦੋਵੇਂ ਧਿਰਾਂ ਦੀ ਬਣੀ ਹੁੰਦੀ। ਭਗਵੰਤ ਅਤੇ ਬਖਤੌਰ ਨੇ ਸ਼ਹਿਰ ਵਿੱਚ ਹੀ ਛੋਟੇ-ਛੋਟੇ ਪਲਾਟ ਖਰੀਦ ਲਏ, ਬਾਹਰ ਖੁੱਲ੍ਹੀਆਂ ਆਬਾਦੀਆਂ ਵਿੱਚ ਸਸਤੇ ਭਾਅ ਦੇ ਪਲਾਟ। ਫਿਰ ਹੌਲੀ-ਹੌਲੀ ਕਰਕੇ ਮਕਾਨ ਛੱਤ ਲਏ। ਸਰਦਾਰਗੜ੍ਹ ਛੱਡ ਹੀ ਦਿੱਤਾ। ਫਿਰ ਤਾਂ ਉਹ ਦੁਕਾਨਾਂ ਉੱਤੇ ਵੀ ਕੰਮ ਕਰਦੇ ਅਤੇ ਘਰ ਲਿਜਾ ਕੇ ਵੀ ਉਹਨਾਂ ਦੀਆਂ ਜਨਾਨੀਆਂ ਕਾਜ ਬਟਨ ਅਤੇ ਤਰਪਾਈ ਦਾ ਕੰਮ ਕਰਦੀਆਂ ਸਨ। ਬੱਚੇ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਜਾਂਦੇ। ਸਭ ਤੋਂ ਵੱਡੇ ਬੁੱਧ ਸਿੰਘ ਦੇ ਕੋਈ ਔਲਾਦ ਨਹੀਂ ਸੀ। ਉਹਨੇ ਬਥੇਰਾ ਕੰਮ ਕੀਤਾ ਸੀ, ਪਰ ਵੱਡਾ ਹੋ ਕੇ ਬਿਮਾਰ ਰਹਿਣ ਲੱਗਿਆ, ਫਿਰ ਮਰ ਗਿਆ। ਉਹਦੇ ਘਰ ਵਾਲੀ ਮਸ਼ੀਨ ਦਾ ਕੰਮ ਜਾਣਦੀ ਸੀ। ਪਹਿਲਾਂ ਤਾਂ ਉਹ ਖੁਦ ਔਰਤਾਂ ਦੇ ਕੱਪੜੇ ਸਿਉਂਦੀ ਰਹੀ। ਫਿਰ ਭਤੀਜੇ ਨੂੰ ਸਰਦਾਰਗੜ੍ਹ ਲੈ ਆਈ। ਭਤੀਜਾ ਹੀ ਫਿਰ ਸਿਲਾਈ ਦਾ ਕੰਮ ਕਰਦਾ। ਉਹਦੇ ਕਈ ਭਤੀਜੇ ਸਨ। ਸਭ ਤੋਂ ਛੋਟੇ ਨੂੰ ਉਹ ਲੈ ਆਈ ਸੀ। ਫਿਰ ਉਹਨੂੰ ਵਿਆਹ ਲਿਆ। ਉਹ ਵੀ ਫਿਰ ਕੁਝ ਸਾਲਾਂ ਬਾਅਦ ਆਲਾ ਸਿੰਘ ਵਾਲੇ ਜਾਣ ਲੱਗਿਆ। ਦੁਕਾਨ ਉੱਤੇ ਫੱਟਾ ਧਰ ਦਿੱਤਾ। ਭੂਆ ਨੂੰ ਉਹਦਾ ਬਹੁਤ ਸਹਾਰਾ ਸੀ। ਉਹਦੇ ਦਿਨ ਨਿਕਲ ਰਹੇ ਸਨ। ਕਰਤਾਰ ਨੇ ਪਿੰਡ ਨਹੀਂ ਛੱਡਿਆ। ਉਹ ਸਾਰੀ ਉਮਰ ਉੱਥੇ ਹੀ ਡਟਿਆ ਰਿਹਾ। ਪਿੰਡ ਦੇ ਵਿਚਕਾਰ ਜਿਹੇ ਉੱਚੇ ਥਾਂ ਉੱਤੇ ਥੋੜ੍ਹੇ ਟੁੱਟੇ ਕਿਸਾਨ ਨੱਥਾ ਸਿੰਘ ਦੀ ਇੱਕ ਪੁਰਾਣੀ ਤੇ ਕੱਚੀਆਂ ਇੱਟਾਂ ਦੀ ਬੈਠਕ ਉਹਨੇ ਥੋੜ੍ਹੇ ਜਿਹੇ ਪੈਸੇ ਦੇ ਕੇ ਹੀ ਖਰੀਦ ਲਈ ਸੀ। ਫਿਰ ਇਹ ਬੈਠਕ ਢਾਹ ਕੇ ਉਹਨਾਂ ਹੀ ਨੀਹਾਂ ਉੱਤੇ ਉਹਨੇ ਪੱਕੀ ਬੈਠਕ ਬਣਾ ਲਈ। ਬੈਠਕ ਦੀਆਂ ਕੰਧਾਂ ਵਿੱਚ ਅਲਮਾਰੀਆਂ ਸਨ। ਵੀਹੀ ਉੱਤੇ ਬਾਰ ਸੀ ਅਤੇ ਵਿੰਡੋ। ਬੈਠਕ ਦੇ ਇੱਕ ਪਾਸੇ ਫਰਸ਼ ਤੋਂ 2 ਇੱਟਾਂ ਉੱਚਾ ਚੌਂਤਰਾ ਬਣਵਾਇਆ, ਜਿਸ ਉੱਤੇ ਲੰਮੀ ਚੌੜੀ ਦਰੀ ਵਿਛੀ ਰਹਿੰਦੀ। ਦਰੀ ਉੱਤੇ ਚਿੱਟੀਆਂ ਸਫੈਦ ਚਾਦਰਾਂ। ਇੱਥੇ ਬੈਠ ਕੇ ਹੀ ਉਹ ਸਿਲਾਈ ਦਾ ਕੰਮ ਕਰਦਾ। ਕੰਧ ਨਾਲ 2 ਉੱਚੇ ਸਰਹਾਣੇ ਪਏ ਰਹਿੰਦੇ, ਜਿਨ੍ਹਾਂ ਦੀ ਢੂਹ ਲਾ ਕੇ ਆਏ ਗਏ ਲੋਕ ਬੈਠਦੇ। ਸਾਰਾ ਦਿਨ ਗੱਲਾਂ ਹੁੰਦੀਆਂ ਰਹਿੰਦੀਆਂ। ਪਿੰਡ ਦੇ ਕਈ ਬੁੱਢੇ ਠੇਰੇ ਇੱਥੇ ਆ ਕੇ ਬੈਠਦੇ ਸਨ। ਉਹ ਨਿੱਤ ਦੀ ਹਾਜ਼ਰੀ ਭਰਦੇ। ਕਰਤਾਰ ਹਰ ਇੱਕ ਨੂੰ ਜੀ ਆਇਆਂ ਆਖਦਾ। ਮੱਥੇ ਵੱਟ ਨਹੀਂ ਪਾਉਂਦਾ ਸੀ। ਜਿਸ ਦਿਨ ਕੋਈ ਕੁਝ ਚਿਰ ਨਹੀਂ ਆਉਂਦਾ ਸੀ ਤਾਂ ਉਹਦਾ ਜੀ ਨਾ ਲੱਗਦਾ, ਜਿਵੇਂ ਉਹਦੀ ਬੈਠਕ ਸੁੰਨੀ ਹੋਵੇ। ਲੋਕਾਂ ਦੀਆਂ ਗੱਲਾਂ ਵਿੱਚ ਤਾਂ ਉਹਦਾ ਕੰਮ ਪਤਾ ਨਹੀਂ ਕਦੋਂ ਨਿਬੜ ਜਾਂਦਾ ਸੀ। ਕਰਤਾਰ ਦਾ ਇੱਕੋ ਮੁੰਡਾ ਸੀ ਜੋ 10ਵੀਂ ਜਮਾਤ ਪਾਸ ਕਰਕੇ ਮਸ਼ੀਨ ਤੇ ਹੀ ਬੈਠ ਗਿਆ ਸੀ। ਪੜ੍ਹਾਈ ਵਿੱਚ ਉਹ ਕੋਈ ਬਹੁਤਾ ਚੰਗਾ ਨਹੀਂ ਸੀ। ਮਸਾਂ ਹੀ 10ਵੀਂ ਪਾਸ ਕੀਤੀ। ਹੁਣ ਸਿਲਾਈ ਦਾ ਕੰਮ ਉਹ ਵਧੀਆ ਕਰਦਾ। ਇਹ ਕੰਮ ਨੀਲਮ ਦੀ ਰੁਚੀ ਅਨੁਸਾਰ ਸੀ।
ਨੱਥਾ ਸਿੰਘ ਦੀ ਇਹ ਕੱਚੀ ਬੈਠਕ ਕਦੇ ਪਿੰਡ ਦਾ ਸ਼ਿੰਗਾਰ ਹੁੰਦੀ। ਪਾਣੀ ਦਾ ਛਿੜਕਾਅ ਕਰਕੇ ਗਰਮੀਆਂ ਵਿੱਚ ਨੱਥਾ ਸਿੰਘ ਇੱਥੇ 4 ਮੰਜੇ ਢਾ ਦਿੰਦਾ। ਉਹਦੇ ਯਾਰ ਬੇਲੀ ਜਦੋਂ ਵੇਲ ਮਿਲਦੀ ਦਿਨੇ ਇੱਥੇ ਆ ਕੇ ਬੈਠਦੇ ਅਤੇ ਗੱਲਾਂ ਕਰਦੇ। ਰਾਤ ਦੀ ਦਾਰੂ ਦਾ ਭੰਨਿਆ ਕੋਈ ਜਣਾ ਇੱਥੇ ਆ ਕੇ ਸੁੱਤਾ ਰਹਿੰਦਾ। ਨੱਥਾ ਸੂਹ ਨੂੰ ਸ਼ਿਕੰਜਵੀ ਭਿਉਂਦਾ ਫਿਰਦਾ। ਸਿਆਲਾਂ ਵਿੱਚ ਆਥਣ ਵੇਲੇ ਇਸੇ ਬੈਠਕ ਵਿੱਚ ਢਾਣੀ ਜੁੜਦੀ। ਬੱਕਰਾ ਰਿੰਨਿਆ ਜਾਂਦਾ ਅਤੇ ਘਰ ਦੀ ਕੱਢੀ ਸ਼ਰਾਬ ਦੀਆਂ ਬੋਤਲਾਂ ਖਾਲੀ ਹੁੰਦੀਆਂ ਰਹਿੰਦੀਆਂ। ਉਹ ਕੋਈ ਰੌਲਾ ਗੋਲਾ ਨਹੀਂ ਕਰਦੇ ਸਨ। ਚੁੱਪ-ਚਾਪ ਖਾਂਦੇ ਪੀਂਦੇ ਰਹਿੰਦੇ ਅਤੇ ਮਾਲ ਮੁੱਕੇ ਤੋਂ ਆਪੋ ਆਪਣੇ ਘਰਾਂ ਨੂੰ ਤੁਰ ਜਾਂਦੇ। ਇਸੇ ਕਰਕੇ ਗੁਆਂਢੀਆਂ ਨੂੰ ਬੈਠਕ ਦਾ ਕੋਈ ਦੁੱਖ ਨਹੀਂ ਸੀ, ਕੋਈ ਉਲਾਂਭਾ ਨਹੀਂ ਸੀ। ਪਿੰਡ ਵਿੱਚ ਤਾਂ ਦੇਸੀ ਜਿਹੇ ਕੱਪੜਿਆਂ ਦਾ ਕੰਮ ਸੀ, ਜਿਨ੍ਹਾਂ ਵਿੱਚੋਂ ਕੋਈ ਖਾਸ ਆਮਦਨ ਨਹੀਂ ਸੀ। ਬਹੁਤ ਘੱਟ ਲੋਕ ਨਗਦ ਪੈਸੇ ਦਿੰਦੇ, ਉਧਾਰ ਪਿਆ ਰਹਿੰਦਾ। ਨੀਲਮ ਪੜ੍ਹ ਤਾਂ ਸਕਿਆ ਨਾ ਕਿ ਕੋਈ ਨੌਕਰੀ ਕਰਦਾ। ਹੁਣ ਕਰਤਾਰ ਚਾਹੁੰਦਾ ਸੀ ਕਿ ਉਹ ਵੱਡਾ ਟੇਲਰ ਹੀ ਬਣ ਜਾਵੇ। ਸ਼ਹਿਰਾਂ ਵਿੱਚ ਇਹਨਾਂ ਲੋਕਾਂ ਦੀਆਂ ਵੱਡੀਆਂ ਦੁਕਾਨਾਂ ਹਨ। ਹਜ਼ਾਰਾਂ ਰੁਪਏ ਨਿੱਤ ਦੀ ਕਮਾਈ ਹੈ। ਸ਼ਹਿਰਾਂ ਦੇ ਦਰਜੀ ਤਾਂ ਬਣੇ ਬੈਠੇ ਹਨ। ਉਹਨੇ ਨੀਲਮ ਨੂੰ ਆਲਾ ਸਿੰਘ ਵਾਲੇ ਭੇਜ ਦਿੱਤਾ। ਆਲਾ ਸਿੰਘ ਵਾਲੇ 10-12 ਦੁਕਾਨਾਂ ਵੱਡੇ ਟੇਲਰਾਂ ਦੀਆਂ ਸਨ। ਇਹਨਾਂ ਦੁਕਾਨਾਂ ਉੱਤੇ ਉੱਚ ਪੱਧਰ ਦਾ ਕੰਮ ਸੀ। ਸਿਆਲਾਂ ਵਿੱਚ ਕੋਟ ਪੈਂਟ ਦੀ ਸਿਲਾਈ ਇੰਨੀ ਸੀ ਜਿੰਨੀ ਕਦੇ ਸੁਣੀ ਨਾ ਹੋਵੇ। ਪੈਂਟ ਬੁਸ਼ਰਟ ਦੀ ਸਿਲਾਈ ਵਿੱਚੋਂ ਵੀ ਬਹੁਤ ਕਮਾਈ ਸੀ। ਲੇਡੀਜ਼ ਲਈ ਵੱਖਰੀਆਂ ਦੁਕਾਨਾਂ ਸਨ। ਇਹਨਾਂ ਵੱਡੇ ਟੇਲਰਾਂ ਦੇ ਵੱਡੇ ਚੁਬਾਰੇ ਲਏ ਹੁੰਦੇ, ਜਿੱਥੇ ਉਹਨਾਂ ਦੇ 20 ਕਾਰੀਗਰ ਕੰਮ ਕਰਦੇ। ਉਹ ਕਾਰੀਗਰ ਬਹੁਤਾ ਕਰਕੇ ਉੱਤਰ ਪ੍ਰਦੇਸ਼ ਤੋਂ ਆਉਂਦੇ। ਉਹਨਾਂ ਲੋਕਾਂ ਦੇ ਹੱਥ ਵਿੱਚ ਬੇਹੱਦ ਸਫਾਈ ਸੀ। ਕਾਰੀਗਰ ਮੁੰਡਿਆਂ ਨੇ ਇੱਥੋਂ ਕਮਾ ਕੇ ਆਪਣੇ ਘਰਾਂ ਨੂੰ ਜਾਣਾ ਹੁੰਦਾ, ਸੋ ਉਹ ਦਿਨ ਰਾਤ ਕੰਮ ਕਰਦੇ। ਉਹਨਾਂ ਨੂੰ ਪਤਾ ਨਹੀਂ ਰਹਿੰਦਾ ਸੀ ਕਿ ਦਿਨ ਕਦੋਂ ਚੜ੍ਹਦਾ ਹੈ ਅਤੇ ਕਦੋਂ ਛਿਪਦਾ ਹੈ। 24 ਘੰਟਿਆਂ ਵਿੱਚੋਂ ਮਸਾਂ 4-5 ਘੰਟੇ ਹੀ ਸੌਂਦੇ ਹੋਣਗੇ। ਮਸ਼ੀਨਾਂ ਨਾਲ ਕੰਮ ਕਰਦੇ, ਉਹ ਖੁਦ ਮਸ਼ੀਨ ਬਣੇ ਰਹਿੰਦੇ। ਕੋਹਿਨੂਰ ਟੇਲਰਸ ਵਾਲਿਆਂ ਨਾਲ ਕਰਤਾਰ ਸਿੰਘ ਦੀ ਕੋਈ ਪੁਰਾਣੀ ਰਿਸ਼ਤੇਦਾਰੀ ਸੀ, ਬੁੜਿਆਂ ਦੀ ਰਿਸ਼ਤੇਦਾਰੀ। ਜਦੋਂ ਕਦੇ ਕਰਤਾਰ ਉਹਨਾਂ ਦੀ ਦੁਕਾਨ ਤੇ ਗਿਆ ਸੀ, ਹਿੰਮਤ ਸਿੰਘ ਨੇ ਪੂਰਾ ਮੋਹ ਦਿਖਾਇਆ। ਚਾਹ ਪਿਆਉਂਦਾ ਅਤੇ ਸਾਕ ਸਕੀਰੀਆਂ ਦੀਆਂ ਗੱਲਾਂ ਕਰਦਾ। ਉਹਦੇ ਪਰਿਵਾਰ ਦੀ ਸੁੱਖ ਸਾਂਦ ਪੁੱਛਦਾ, ਉਹਨੂੰ ਰਾਤ ਰਹਿਣ ਲਈ ਆਖਦਾ। ਹਿੰਮਤ ਸਿੰਘ 2 ਪੈਗ ਨਿੱਤ ਦਾ ਸ਼ਰਾਬੀ ਸੀ। ਆਥਣੇ ਘਰ ਜਾ ਕੇ ਇਕੱਲਾ ਪੀਂਦਾ ਅਤੇ ਦਿਨ ਭਰ ਦਾ ਥਕੇਵਾਂ ਲਾਹ ਲੈਂਦਾ। ਰੋਟੀ ਖਾ ਕੇ ਸੌਂ ਜਾਂਦਾ। ਸਵੇਰੇ 4 ਵਜੇ ਉੱਠ ਕੇ ਘਰ ਵੀ ਸਿਲਾਈ ਦਾ ਕੰਮ ਕਰਦਾ। ਮਸ਼ੀਨਾਂ ਚੱਲਦੀਆਂ ਤੇ ਟਰਾਂਜਿਸਟਰ ਉੱਤੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਾ ਗੁਰਬਾਣੀ ਕੀਰਤਨ ਵੀ। ਚੁਬਾਰੇ ਵਿੱਚ ਹਿੰਮਤ ਸਿੰਘ ਦੇ 12 ਬੰਦੇ ਕੰਮ ਕਰਦੇ ਸਨ। ਇਹ ਸਾਰੇ ਲਖਨਊ ਅਤੇ ਕਾਨਪੁਰ ਦੇ ਸਨ। ਪਹਿਲਾਂ ਗੱਲ ਕਰਕੇ ਕਰਤਾਰ ਇੱਕ ਦਿਨ ਨੀਲਮ ਨੂੰ ਹਿੰਮਤ ਸਿੰਘ ਕੋਲ ਛੱਡ ਆਇਆ। ਮਸ਼ੀਨ ਉਹਦੇ ਪਹਿਲਾਂ ਹੀ ਹੱਥ ਲੱਗੀ ਹੋਈ ਸੀ। ਉਹ ਕੋਈ ਨਵਾਂ ਕੰਮ ਨਹੀਂ ਸੀ। ਉਹ ਦਿਨਾਂ ਵਿੱਚ ਹੀ ਨਿੱਖਰ ਕੇ ਸਾਹਮਣੇ ਆ ਗਿਆ। ਹਿੰਮਤ ਸਿੰਘ ਕੱਪੜਿਆਂ ਦੀ ਕਟਿੰਗ ਆਪ ਕਰਦਾ, ਚੇਲੇ ਸਿਉਂਦੇ ਰਹਿੰਦੇ। ਨੀਲਮ ਤੇਜ਼ੀ ਨਾਲ ਸਿੱਖ ਰਿਹਾ ਸੀ। ਕਦੇ ਉਹ ਹਿੰਮਤ ਸਿੰਘ ਨੂੰ ਕਟਿੰਗ ਕਰਦੇ ਨੂੰ ਖੜਾ ਹੋ ਕੇ ਦੇਖਣ ਲੱਗਦਾ। ਹਿੰਮਤ ਸਿੰਘ ਮੂੰਹੋਂ ਬੋਲ ਕੇ ਵੀ ਨੁਕਤੇ ਸਮਝਾਉਂਦਾ ਸੀ। ਨੀਲਮ ਤਿੱਖੀ ਬੁੱਧੀ ਵਾਲਾ ਮੁੰਡਾ ਸੀ। 10ਵੀਂ ਜਮਾਤ ਪਾਸ ਸੀ। ਅੱਖਰਾਂ ਦਾ ਸਿਆਣੂ ਸੀ। ਬਾਕੀ ਸਾਰੇ ਚੇਲੇ ਅਨਪੜ੍ਹਾਂ ਜਿਹੇ ਸਨ। ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ।